ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ जी की फतेह। ਅੱਜ ਜਿਹੜੀ ਅਸੀਂ ਵਿਚਾਰ ਕਰਨੀ ਹੈ ਉਹ ਇੱਕ ਨਵਾਂ ਗ੍ਰੰਥ ਅਸੀਂ ਲਿਆ ਹੈ। ਇਹ ਗ੍ਰੰਥ ਗਿਆਨੀ ਗਿਆਨ ਸਿੰਘ ਜੀ ਦੁਆਰਾ ਰਚਿਤ ਹੈ। ਇਸ ਦਾ ਨਾਮ ਹੈ ਤਵਾਰੀਖ ਗੁਰੂ ਖਾਲਸਾ। ਹੁਣ ਤੱਕ ਅਸੀਂ 3 ਗ੍ਰੰਥਾਂ 'ਤੇ ਵਿਚਾਰ ਕਰ ਚੁੱਕੇ ਹਾਂ। ਸੂਰਜ ਪ੍ਰਕਾਸ਼ ਗ੍ਰੰਥ ਕਵੀ ਸੰਤੋਖ ਸਿੰਘ ਦਾ ਲਿਖਿਆ ਹੋਇਆ, ਵਿਚਿੱਤਰ ਨਾਟਕ ਜਿਸ ਨੂੰ ਰਾਮ ਅਤੇ ਸ਼ਾਮ ਕਵੀਆਂ ਨੇ ਲਿਖਿਆ ਹੈ, ਪਰ ਕੁਝ ਭੁੱਲੜ ਵੀਰ ਇਹ ਕਹੀ ਜਾਂਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ। ਔਰ ਤੀਜਾ ਗ੍ਰੰਥ ਪ੍ਰਾਚੀਨ ਪੰਥ ਪ੍ਰਕਾਸ਼ ਜਿਸ ਨੂੰ ਰਤਨ ਸਿੰਘ ਪੰਗੂ ਨੇ ਲਿਖਿਆ ਹੈ। ਅੱਜ ਚੌਥਾ ਗ੍ਰੰਥ ਜਿਸ ਦੀ ਵਿਚਾਰ ਸ਼ੁਰੂ ਕਰਨ ਜਾ ਰਹੇ ਹਾਂ ਇਹ ਹੈ ਤਵਾਰੀਖ ਗੁਰੂ ਖਾਲਸਾ। ਇਸ ਦਾ ਲਿਖਾਰੀ ਹੈ ਗਿਆਨੀ ਗਿਆਨ ਸਿੰਘ। ਗਿਆਨੀ ਗਿਆਨ ਸਿੰਘ ਦਾ ਜੀਵਨ ਜੋ ਪੀਰੀਅਡ ਹੈ, ਸਮਾਂ ਹੈ, ਉਹ ਹੈ ਸੰਨ 1822 ਤੋਂ ਲੈ ਕੇ ਸੰਨ 1921 ਈਸਵੀ ਤੱਕ। 99 ਸਾਲ ਦੀ ਉਮਰ ਤੱਕ ਗਿਆਨੀ ਗਿਆਨ ਸਿੰਘ ਇਸ ਸੰਸਾਰ 'ਤੇ ਰਹੇ। ਉਹਨਾਂ ਨੇ ਗ੍ਰੰਥ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ, ਪਰ ਉਹਨਾਂ ਵਿੱਚੋਂ ਪੰਥ ਪ੍ਰਕਾਸ਼ ਤੇ ਇਹ ਜਿਹੜਾ ਹੈ ਤਵਾਰੀਖ ਗੁਰੂ ਖਾਲਸਾ ਹੀ ਮਸ਼ਹੂਰ ਹੋਈਆਂ। ਮੈਂ ਇਹਨਾਂ ਗ੍ਰੰਥਾਂ ਦੀ ਪੜਚੋਲ ਕਿਉਂ ਕਰ ਰਿਹਾ? ਅਸਲ 'ਚ ਮੈਂ ਲੱਭ ਰਿਹਾ ਸੀ ਕਿ ਕੋਈ ਐਸੀ ਕਿਤਾਬ ਹੋਵੇ, ਐਸਾ ਗ੍ਰੰਥ ਹੋਵੇ ਜਿਸ ਵਿੱਚ ਸੱਚਾ ਸੁੱਚਾ ਸਿੱਖ ਇਤਿਹਾਸ ਲਿਖਿਆ ਗਿਆ ਹੋਵੇ। ਪਰ ਹੁਣ ਤੱਕ ਮੇਰੇ ਪੱਲੇ ਨਿਰਾਸ਼ਾ ਹੀ ਪਈ ਹੈ। ਇਤਿਹਾਸ ਜਿਉਂ-ਜਿਉਂ ਮੈਂ ਪੜ੍ਹਦਾ ਤਾਂ ਮੈਨੂੰ ਸਮਝ ਆਉਂਦੀ ਹੈ ਕਿ ਇਹ ਕੌਮ ਨੂੰ ਕੁਛ ਗਿਆਨ, ਕੁਛ ਚਾਨਣ ਦੇਣ ਦੀ ਜਗ੍ਹਾ ਸਗੋਂ ਕੌਮ ਨੂੰ ਦੁਚਿੱਤੇਪਨ ਵਿੱਚ ਪਾ ਰਹੇ ਨੇ, ਗੁੰਮਰਾਹ ਕਰ ਰਹੇ ਨੇ, ਕਨਫਿਊਜ਼ ਕਰ ਰਹੇ ਨੇ। ਸਭ ਤੋਂ ਮੁੱਖ ਘਟਨਾ ਜਦੋਂ ਮੈਂ ਦੇਖੀ ਹੈ ਉਹ ਹੈ ਅੰਮ੍ਰਿਤ ਸੰਚਾਰ ਦੀ। ਅੰਮ੍ਰਿਤ ਸੰਚਾਰ ਦੀ ਘਟਨਾ ਹਰ ਗ੍ਰੰਥ ਵਾਲਾ ਆਪਣੇ ਹਿਸਾਬ ਨਾਲ ਲਿਖਣਾ। ਪਹਿਲਾਂ ਦੱਸ ਦੇਵਾਂ, ਕੋਈ ਵੀ ਗ੍ਰੰਥ ਸਮਕਾਲੀ ਗ੍ਰੰਥ ਨਹੀਂ, ਸਮਕਾਲੀ ਇਤਿਹਾਸਕਾਰ ਨੇ ਨਹੀਂ ਲਿਖਿਆ। ਇਹਨਾਂ ਨੇ ਬਾਅਦ ਵਿੱਚ ਆਪਣੇ ਅੰਦਾਜ਼ੇ ਲਾ ਕੇ ਜਾਂ ਇਹੋ ਜਿਹੇ ਹੋਰ ਇੱਕ ਦੂਜੇ ਗ੍ਰੰਥ ਤੋਂ ਨਕਲ ਕਰਕੇ ਲਿਖਿਆ। ਕੋਈ ਖੋਜ, ਕੋਈ ਛਾਣਬੀਣ ਕਿਸੇ ਤਰ੍ਹਾਂ ਦਾ ਇੱਥੇ ਛਾਣਬੀਣ ਨਹੀਂ ਕੀਤੀ ਹੈ, ਐਵੇਂ ਹੀ ਲਿਖ ਦਿੱਤਾ। ਜਦੋਂ ਇਸ ਗ੍ਰੰਥ ਨੂੰ ਪੜ੍ਹਿਆ ਤਾਂ ਮੈਨੂੰ ਪਤਾ ਲੱਗਾ ਇਹ ਤਾਂ ਕਵੀ ਸੰਤੋਖ ਸਿੰਘ ਦੇ ਲਿਖੇ ਸੂਰਜ ਪ੍ਰਕਾਸ਼ ਗ੍ਰੰਥ ਨੂੰ ਹੀ ਸੁਧਾਰ ਕੇ ਲਿਖਿਆ ਹੋਇਆ ਆਪਣੇ ਵੱਲੋਂ, ਕਿਉਂਕਿ ਇਹ ਗ੍ਰੰਥ ਬਾਅਦ 'ਚ ਲਿਖਿਆ ਗਿਆ, ਸੂਰਜ ਪ੍ਰਕਾਸ਼ ਪਹਿਲਾਂ ਲਿਖਿਆ ਗਿਆ। ਸੋ ਇੰਝ ਲੱਗਦਾ ਜਿਵੇਂ ਕੁਝ ਗੱਲਾਂ ਸਮਾਜ ਵਿੱਚ ਸਮਾਜ ਦੇ ਲੋਕਾਂ ਨੂੰ ਤਸੱਲੀ ਬਖਸ਼ ਨਹੀਂ ਲੱਗਦੀਆਂ ਸਨ, ਉਹਨਾਂ ਨੂੰ ਇਸ ਨੇ ਹੋਰ ਸ਼ਬਦ ਜਾਲ ਵਿੱਚ ਬੁਣ ਕੇ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ। ਖੋਜ ਨਹੀਂ ਕੀਤੀ, ਆਪਣੇ ਵੱਲੋਂ ਹੀ ਉਸ ਨੂੰ ਇੱਕ ਤਰ੍ਹਾਂ ਨਾਲ ਸੁਧਾਰ ਕੇ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਉਹਦੇ ਵਿੱਚ ਬੁਰੀ ਤਰ੍ਹਾਂ ਫੇਲ ਹੋਏ। ਸਮਾਂ ਕਨਫਿਊਜ਼ਨ ਪਹਿਲੇ ਨਾਲੋਂ ਵੀ ਵੱਧ ਗਈ। ਅਤੇ ਆਓ ਅਸੀਂ ਅੱਜ ਗੱਲ ਕਰਦੇ ਹਾਂ ਅੰਮ੍ਰਿਤ ਸੰਚਾਰ, ਜੋ ਸੰਨ 1699 ਈਸਵੀ ਵਿੱਚ ਖੰਡੇ ਬਾਟੇ ਦੀ ਪੌਲ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਛਕਾਈ। ਉਹਦੇ ਬਾਰੇ ਇਹ ਕਵੀ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਕੱਠ ਬੁਲਾਇਆ, ਕੋਈ 5000 ਦੇ ਕਰੀਬ ਸਿੱਖ ਉੱਥੇ ਇਕੱਠੇ ਹੋਏ। ਪਹਿਲਾਂ ਅਸੀਂ 80,000 ਪੜ੍ਹਿਆ ਸੀ ਸੂਰਜ ਪ੍ਰਕਾਸ਼ ਗ੍ਰੰਥ ਜਾਂ ਪ੍ਰਾਚੀਨ ਪੰਥ ਪ੍ਰਕਾਸ਼ ਗ੍ਰੰਥ ਦੇ ਵਿੱਚ, ਅਤੇ ਇਹ ਲਿਖ ਰਿਹਾ ਕਿ 5000 ਸਿੱਖ ਇਕੱਠੇ ਹੋਏ। ਵਿਸਾਖੀ ਤੋਂ ਇੱਕ ਦਿਨ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ 5 ਸਿੱਖਾਂ ਦੀ ਚੋਣ ਕੀਤੀ। 5 ਸਿੱਖਾਂ ਦੀ ਚੋਣ ਵਿੱਚ ਜਿਹੜੇ 5 ਸਿੱਖ ਸਾਹਮਣੇ ਆਏ, ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਸਾਹਿਬ ਸਿੰਘ ਅਤੇ ਮੋਹਕਮ ਸਿੰਘ, ਇਹ 5 ਸਿੱਖਾਂ ਦੀ ਚੋਣ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਕੀਤੀ ਗਈ। ਅਤੇ ਅਗਲੇ ਦਿਨ ਜਿਹੜਾ ਅੰਮ੍ਰਿਤ ਸੰਚਾਰ ਹੋਇਆ, ਇਹ ਗੱਲ ਜਿਵੇਂ ਪਹਿਲੇ ਗ੍ਰੰਥਾਂ ਵਿੱਚ ਲਿਖੀ ਹੈ
कि तंबू विच बकरे बन्ने हुए सन। ਉਹ ਬੱਕਰਿਆਂ ਨੂੰ ਇੱਕ ਇੱਕ ਕਰਕੇ ਵੱਢਿਆ ਗਿਆ। ਲੋਕਾਂ ਨੂੰ ਭੁਲੇਖਾ ਪਿਆ ਕਿ ਸਿੰਘਾਂ ਦੇ ਸਿਰ ਵੱਢ ਦਿੱਤੇ ਹਨ। ਹੋਰ ਜਿਹੜੀ ਗੱਲ ਇਹ ਖਾਸ ਲਿਖਦਾ ਹੈ ਕਵੀ ਕਿ ਜਿਹੜੇ ਪਤਾਸੇ ਆ ਉਹ ਜਪਜੀ ਸਾਹਿਬ ਦਾ, ਹਾਂ ਬਾਣੀਆਂ ਜਿਹੜੀਆਂ ਪੜ੍ਹੀਆਂ ਗਈਆਂ ਸਿਰਫ 2 ਬਾਣੀਆਂ ਪੜ੍ਹੀਆਂ ਗਈਆਂ, ਇੱਕ ਜਪਜੀ ਸਾਹਿਬ ਤੇ ਦੂਸਰੀ ਜਿਹੜੀ ਹੈ ਆਨੰਦ ਸਾਹਿਬ ਦੀ ਬਾਣੀ ਪੜ੍ਹੀ ਗਈ। 5000 ਦਾ ਸਿਰਫ ਇਕੱਠ ਹੈ ਤੇ 5 ਬੱਕਰੇ ਵੱਢੇ ਗਏ ਇਹ ਦੱਸ ਦਿੱਤਾ। ਤੇ ਬਾਣੀਆਂ ਜਿਹੜੀਆਂ ਪੜ੍ਹੀਆਂ ਗਈਆਂ ਉਹ ਸਿਰਫ ਜਪਜੀ ਸਾਹਿਬ ਤੇ ਆਨੰਦ ਸਾਹਿਬ ਦੀਆਂ ਬਾਣੀਆਂ ਪੜ੍ਹੀਆਂ ਗਈਆਂ। ਪਤਾਸੇ ਮਾਤਾ ਜੀਤੋ ਨੇ ਪਾਏ, ਉਹ ਹਾਲੇ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਜਪਜੀ ਸਾਹਿਬ ਦਾ ਪਾਠ ਕਰ ਰਹੇ ਸਨ। ਇੱਥੇ ਕੋਈ 5 ਬਾਣੀਆਂ ਨਹੀਂ ਪੜ੍ਹੀਆਂ ਗਈਆਂ, ਨਾ ਜਾਪ ਸਾਹਿਬ ਪੜ੍ਹਿਆ ਗਿਆ, ਨਾ ਬੇਨਤੀ ਚੌਪਈ ਪੜ੍ਹੀ ਗਈ, ਨਾ ਹੀ ਸਵਈਏ ਪੜ੍ਹੇ ਗਏ। ਇਹ ਗੱਲ ਨੋਟ ਕਰ ਲੈਣੀ, ਕਿਉਂਕਿ ਇਹ ਲਿਖਾਰੀ ਇੱਕ ਜਗ੍ਹਾ ਨਹੀਂ ਟਿਕਦਾ। ਪਹਿਲਾਂ ਇੱਥੇ ਪੂਰੀ ਕਰਕੇ ਫਿਰ ਇਹ ਜਿਹੜੀ ਗੱਲ ਅਸੀਂ ਕਰ ਰਹੇ ਹਾਂ ਇਹ ਪੰਨਾ 131 ਤੋਂ ਲੈ ਕੇ 133 ਪੰਨੇ ਤੱਕ ਇਸ ਗ੍ਰੰਥ ਦੇ ਉੱਤੇ ਅੰਕਿਤ ਹੈ। ਬਾਣੀਆਂ ਪੜ੍ਹ ਕੇ ਜਦੋਂ ਅੰਮ੍ਰਿਤ ਤਿਆਰ ਹੋ ਗਿਆ, ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਖੰਡੇ ਦੇ ਨਾਲ 5 ਵਾਰ ਆਪਣੇ ਮੁੱਖ ਵਿੱਚ ਅੰਮ੍ਰਿਤ ਪਾਇਆ। ਉਸ ਤੋਂ ਬਾਅਦ ਦੇ ਵਿੱਚ ਸਿੰਘਾਂ ਨੂੰ ਅੰਮ੍ਰਿਤ ਛਕਾਇਆ ਗਿਆ। ਬਾਕੀ ਸਾਰਾ ਵਿਧੀ ਉਹੀ ਲਿਖੀ ਹੋਈ ਹੈ ਕਿ 5 ਛਿੱਟੇ ਅੱਖਾਂ ਵਿੱਚ, 5 ਛਿੱਟੇ ਕੇਸਾਂ ਵਿੱਚ, 5 ਚੂਲੇ ਛਕਾਏ ਗਏ। ਉਹ ਸਾਰੀ ਵਿਧੀ ਪਹਿਲੇ ਵਾਲੀ ਲਿਖੀ ਹੈ, ਸਿਰਫ ਬਾਣੀਆਂ ਦਾ ਜਿਹੜਾ ਫਰਕ ਇੱਥੇ ਲਿਖਿਆ ਹੋਇਆ। ਹੁਣ ਇਹਨਾਂ ਲਿਖਾਰੀਆਂ ਦਾ ਆਪਣਾ ਜੋ ਕਨਫਿਊਜ਼ਨ ਹੈ, ਦੁਚਿੱਤਾਪਨ ਹੈ, ਉਸ ਦੀ ਮੈਂ ਗੱਲ ਕਰਾਂਗਾ। ਇਹ ਲਿਖਾਰੀ ਆਪਣੇ ਆਪ 'ਚ ਕਲੀਅਰ ਨਹੀਂ ਹੈ। ਫਿਰ ਅੱਗੇ ਇਸ ਗ੍ਰੰਥ ਦੇ ਪੰਨਾ ਨੰਬਰ 308 ਉੱਤੇ ਇਹ ਲਿਖਾਰੀ ਲਿਖਦਾ ਹੈ ਕਿ ਜਦੋਂ ਦੱਖਣ ਦੇਸ਼ ਨੂੰ ਜਾ ਰਹੇ ਸਨ ਗੁਰੂ ਸਾਹਿਬ, ਤਾਂ ਭਾਈ ਭਗਤੂ ਦੇ ਪਿੰਡ ਪਹੁੰਚੇ। ਉਹਨਾਂ ਦੇ ਪਰਿਵਾਰ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕੀਤੀ, ਔਰ ਜਦੋਂ ਗੁਰੂ ਸਾਹਿਬ ਜੀ ਜਾਣ ਲੱਗੇ ਤਾਂ ਪਿੰਡ ਦੇ ਸ਼ਾਹੂਕਾਰਾਂ ਨੇ ਕਿਹਾ ਕਿ ਅੱਜ ਦਾ ਨਿਉਂਦਾ ਸਾਡੇ ਘਰ ਛਕਣਾ। ਗੁਰੂ ਸਾਹਿਬ ਨੇ ਉਹਨਾਂ ਦਾ ਨਿਉਂਦਾ ਪ੍ਰਵਾਨ ਕਰ ਲਿਆ, ਭਾਵ ਲੰਗਰ ਸਾਡੇ ਘਰ ਛਕਣਾ, ਪਰ ਇੱਕ ਸ਼ਰਤ ਰੱਖੀ ਕਿ ਉਸ ਤੋਂ ਪਹਿਲਾਂ ਤੁਹਾਨੂੰ ਅੰਮ੍ਰਿਤਪਾਨ ਕਰਨਾ ਪਏਗਾ। ਉਹ ਜਿਹੜੇ ਸ਼ਾਹ ਸੀ ਮੰਨ ਗਏ ਕਿ ਅੰਮ੍ਰਿਤਪਾਨ ਅਸੀਂ ਕਰਾਂਗੇ। ਤਾਂ ਉਸ ਵੇਲੇ ਜਿਹੜਾ ਅੰਮ੍ਰਿਤ ਦਾ ਵਾਟਾ ਤਿਆਰ ਕੀਤਾ ਗਿਆ, ਉੱਥੇ ਜੋ ਇਹ ਲਿਖਦੇ ਨੇ ਕਿ 5 ਬਾਣੀਆਂ ਪੜ੍ਹੀਆਂ ਗਈਆਂ, ਜਪਜੀ ਸਾਹਿਬ, ਜਾਪ ਸਾਹਿਬ, ਤਵੈ ਪ੍ਰਸਾਦ ਸਈਏ, ਚੌਪਈ ਤੇ ਆਨੰਦ ਸਾਹਿਬ। ਹੁਣ ਇਹੋ ਜਿਹੇ ਗ੍ਰੰਥ ਪੜ੍ਹ ਕੇ ਕਿਹੜੇ ਇਤਿਹਾਸ ਨੂੰ ਅਸੀਂ ਸਮਝਾਂਗੇ, ਕਿਹੜੀ ਗੱਲ ਨੂੰ ਸੱਚ ਮੰਨਾਂਗੇ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਜਦ ਪਹਿਲੀ ਵਾਰ ਅੰਮ੍ਰਿਤ ਦਾ ਵਾਟਾ ਤਿਆਰ ਕੀਤਾ ਉਦੋਂ ਜੋ ਕੰਮ ਕੀਤਾ ਉਹ ਸੱਚੀ ਹੈ, ਜਾਂ ਆ ਮਾਲਵੇ ਦੇ ਵਿੱਚ ਆ ਕੇ ਤੇ ਜਦੋਂ ਦੁਬਾਰਾ ਅੰਮ੍ਰਿਤ ਸੰਚਾਰ ਕੀਤਾ ਇਹ ਕਨਫਿਊਜ਼ਿੰਗ। ਔਰ ਜਿਹੜਾ ਕਨਫਿਊਜ਼ਨ ਹੁੰਦਾ ਹੈ, ਦੁਚਿੱਤਾਪਨ ਹੁੰਦਾ, ਉਹ ਕਿਸੇ ਚੀਜ਼ ਨੂੰ ਖਤਮ ਕਰਨ ਲਈ, ਸੱਤਿਆਨਾਸ਼ ਕਰਨ ਲਈ ਕਾਫੀ ਹੁੰਦਾ। ਇਹ ਤਾਂ ਅੰਮ੍ਰਿਤ ਸੰਚਾਰ ਦੀ ਗੱਲ ਹੋ ਗਈ। ਜੇ ਤੁਹਾਨੂੰ ਇੱਕ ਹੋਰ ਬਹੁਤ ਨੁਕਤੇ ਦੀ ਗੱਲ ਦੱਸਾਂ ਕਿ ਗੁਰੂ ਸਾਹਿਬ ਨੇ ਬਰਾੜਾਂ ਦੀ ਫੌਜ ਭਰਤੀ ਕੀਤੀ, ਕਿਉਂਕਿ 40 ਸਿੰਘ ਜਿਹੜੇ ਸਾਥ ਸਨ ਉਹ ਤਾਂ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ ਸਨ। ਸਿਰਫ ਬਚੇ ਸਨ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਤੇ ਗੁਰੂ ਗੋਬਿੰਦ ਸਿੰਘ ਜੀ। ਹੁਣ ਕਿਉਂਕਿ ਪਿੱਛੇ ਫੌਜ ਪਿੱਛਾ ਕਰਦੀ ਆ ਰਹੀ ਸੀ ਵਜੀਦ ਖਾਨ ਦੀ, ਤਾਂ ਉਸ ਲਈ ਤਿਆਰੀ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ ਮਾਲਵੇ ਵਿੱਚੋਂ ਬਰਾੜਾ ਨੂੰ ਆਪਣੀ ਫੌਜ ਵਿੱਚ ਭਰਤੀ ਕੀਤਾ। ਬਰਾੜ ਬੜੇ ਅੱਖੜ ਸਨ,
ਜਦੋਂ ਗੁਰੂ ਗੋਬਿੰਦ ਸਿੰਘ ਜੀ ਮਾਲਵੇ ਦਾ ਇਲਾਕਾ ਛੱਡ ਕੇ ਦੱਖਣ ਵੱਲ ਨੂੰ ਜਾਣ ਲੱਗੇ, ਉਸ ਸਮੇਂ ਦੀ ਘਟਨਾ ਹੈ। ਬਰਾੜ ਜਿਹੜੇ ਸਨ, ਗੁਰੂ ਸਾਹਿਬ ਦੇ ਘੋੜੇ ਰੋਜ਼ ਆਪਣਾ ਤਨਖਾਹ ਮੰਗਦੇ ਸਨ। ਉਹਨਾਂ ਦੀ ਤਨਖਾਹ ਪੈਦਲ ਦੀ 4 ਆਨੇ ਅਤੇ ਘੋੜ ਸਵਾਰੀ ਵਾਲੇ ਦੀ 8 ਆਨੇ ਕੀਤੀ ਸੀ। ਗੁਰੂ ਸਾਹਿਬ ਉਹਨਾਂ ਨੂੰ ਬਹੁਤ ਸਮਾਂ ਇਹ ਗੱਲ ਕਹਿੰਦੇ ਰਹੇ ਕਿ ਭਾਈ ਹਾਲੇ ਸਾਡੇ ਕੋਲ ਮਾਇਆ ਨਹੀਂ ਹੈ, ਜਦੋਂ ਮਾਇਆ ਆਏਗੀ ਅਸੀਂ ਤੁਹਾਡੀ ਤਨਖਾਹ ਜ਼ਰੂਰ ਦੇ ਦਿਆਂਗੇ। ਪਰ ਉਹ ਬਰਾੜ ਬੜੇ ਅੜਬ ਸਨ, ਉਹ ਕਿੱਥੇ ਮੰਨਣ ਵਾਲੇ ਸਨ। ਆਖਰ ਇੱਕ ਦਿਨ ਉਹ ਗੁਰੂ ਸਾਹਿਬ ਦੇ ਘੋੜੇ ਦੇ ਅੱਗੇ ਖੜੇ ਹੋ ਗਏ, ਗੁਰੂ ਸਾਹਿਬ ਨੂੰ ਰੋਕ ਕੇ ਖੜੇ ਹੋ ਗਏ। ਗੁਰੂ ਸਾਹਿਬ ਦੇ ਕੋਲ ਗੁਰੂ ਸਾਹਿਬ ਨੇ ਬਰਾੜਾ ਨੂੰ ਕਿਹਾ ਕਿ ਭਾਈ ਤੁਸੀਂ ਸਾਡੀ ਸਿੱਖੀ ਰੱਖਣੀ ਆ ਜਾਂ ਮਾਇਆ ਨਾਲ ਮਿਲ ਵਰਤਨ ਕਰਨਾ। ਬਰਾੜ ਕਹਿਣ ਲੱਗੇ ਕਿ ਦੇਖੋ ਜੀ, ਸਿੱਖ ਤਾਂ ਅਸੀਂ ਗੁਰੂ ਦੇ ਪੱਕੇ ਹਾਂ, ਪਰ ਮਾਇਆ ਤੋਂ ਬਗੈਰ ਗੁਜ਼ਾਰਾ ਨੇ, ਸਾਡੀ ਮਾਇਆ ਕੱਢੋ, ਇੱਥੇ ਰੱਖੋ। ਬਹੁਤ ਦੇਰ ਤੇ ਤੁਹਾਡੀਆਂ ਗੱਲਾਂ ਸੁਣਦੇ ਹਾਂ, ਪਰ ਹੁਣ ਮਾਇਆ ਤੋਂ ਬਗੈਰ ਤੁਹਾਨੂੰ ਇੱਥੋਂ ਜਾਣ ਨਹੀਂ ਦੇਵਾਂਗੇ। ਦੂਜੀ ਉਹਨਾਂ ਨੇ ਗੱਲ ਇਹ ਰੱਖੀ ਕਿ ਸਾਡੇ ਵਾਰਿਸ ਦੀ ਇੱਥੇ ਲੋੜ ਹੈ, ਮੀਂਹ ਪਵਾਓ। ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਤੀਰ ਅਸਮਾਨ ਵੱਲ ਛੱਡਿਆ ਤਾਂ ਬੜੇ ਜ਼ੋਰ ਨਾਲ ਬੱਦਲ ਆਏ, ਬਾਰਿਸ਼ ਹੋ ਗਈ। ਮਤਲਬ ਇਹ ਇਤਿਹਾਸ ਸਾਨੂੰ ਜਿਹੜੇ ਸਾਡੇ ਵਿਦਵਾਨ, ਸਾਡੇ ਕਥਾਵਾਚਕ ਕਹਿੰਦੇ ਨੇ, ਇਹ ਤੋਂ ਬਗੈਰ ਅਸੀਂ ਜੀ ਨਹੀਂ ਸਕਦੇ, ਹੈ ਨਾ। ਅਸਮਾਨ ਦੇ ਵਿੱਚ ਤੀਰ ਛੱਡੋ ਤਾਂ ਬਾਰਿਸ਼ ਸ਼ੁਰੂ ਹੋ ਜਾਊ, ਕਿੰਨਾ ਸੌਖਾ ਕੰਮ ਹੈ। ਖੈਰ, ਇਹੋ ਜਿਹੀਆਂ ਕਰਾਮਾਤਾਂ ਨਾਲ, ਇਹੋ ਜਿਹੀਆਂ ਊਲ ਜਲੂਲ ਗੱਲਾਂ ਨਾਲ ਇਹ ਸਾਰਾ ਇਤਿਹਾਸ ਭਰਿਆ ਹੋਇਆ। ਅੱਗੋਂ ਜਿਹੜੀ ਗੱਲ ਅਸੀਂ ਕਰਨੀ ਹੈ ਕਿ ਉਹ ਜਦੋਂ ਅੜੀ 'ਤੇ ਆ ਗਏ ਕਿ ਸਾਡੇ ਪੈਸੇ ਇੱਥੇ ਰੱਖੋ, ਤਾਂ ਅਚਾਨਕ ਦੇਵਨੇਤ ਨਾਲ ਇੱਕ ਸਿੱਖ, ਇੱਕ ਖੱਚਰ ਮਾਇਆ ਦੀ ਅਸ਼ਰਫੀਆਂ ਦੀ ਭਰ ਕੇ ਗੁਰੂ ਸਾਹਿਬ ਦੇ ਕੋਲ ਭੇਟਾ ਕਰਨ ਆਇਆ। ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਠੀਕ ਹੈ, ਆਪਣਾ ਹਿਸਾਬ ਕਿਤਾਬ ਕਰੋ, ਪੈਸੇ ਲਓ। ਸਾਰਿਆਂ ਨੂੰ ਤਨਖਾਹ ਵੰਡ ਦਿੱਤੀ। ਹੁਣ ਜਿਹੜਾ ਨੁਕਤਾ ਅੱਗੇ ਅਸੀਂ ਸਾਂਝਾ ਕਰਨਾ ਇੱਥੇ, ਉਹ ਬੜਾ ਖਾਸ ਹੈ, ਨੋਟ ਕਰਨ ਵਾਲਾ। ਇਹ ਕਿਵੇਂ ਸਾਡੀਆਂ ਜੜ੍ਹਾਂ ਦੇ ਵਿੱਚ ਇਹ ਲਿਖਾਰੀ ਤੇਲ ਦੇ ਰਿਹਾ। ਕੀ ਕਹਿ ਰਿਹਾ ਕਿ ਉਹਨਾਂ ਦਾ ਜਿਹੜਾ ਜਥੇਦਾਰ ਸੀ। ਅੱਛਾ, ਇੱਕ ਹੋਰ ਗੱਲ ਹੈ, ਇਹ ਲਿਖਾਰੀ ਜਿਤਨੇ ਵੀ ਨੇ, ਇਹ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਕੋਈ 100 ਸਾਲ, ਕੋਈ 125 ਸਾਲ ਬਾਅਦ ਇਤਿਹਾਸ ਲਿਖ ਰਿਹਾ, ਇਤਿਹਾਸ ਦੇ ਨਾਂ 'ਤੇ ਗੱਪਾਂ ਲਿਖ ਰਿਹਾ। ਔਰ ਗੱਲ ਇਵੇਂ ਕਰ ਰਿਹਾ ਕਿ ਗੁਰੂ ਸਾਹਿਬ ਨੂੰ ਇੰਝ ਕਿਹਾ, ਅੱਗੋਂ ਗੁਰੂ ਸਾਹਿਬ ਨੇ ਇੰਝ ਕਿਹਾ, ਫਿਰ ਗੁਰੂ ਸਾਹਿਬ ਨੇ ਇੰਝ ਕਿਹਾ। ਆਮ ਜਿਹੜਾ ਬੰਦਾ ਭੋਲਾ ਭਾਲਾ, ਉਹ ਸਮਝਦਾ ਜੇ ਗੁਰੂ ਸਾਹਿਬ ਨੇ ਕੁਝ ਕਿਹਾ, ਉਹ ਗਲਤ ਕਿੱਦਾਂ ਹੋ ਸਕਦਾ। ਹਾਲਾਂਕਿ ਗੁਰੂ ਸਾਹਿਬ ਨੇ ਕਿਤੇ ਕੁਝ ਨਹੀਂ ਕਿਹਾ। ਇਹ ਕਹਾਣੀ ਸਾਰੀ ਆਪਣੇ ਵੱਲੋਂ ਵੀ ਇਹ ਲਿਖਾਰੀ ਬੋਲ ਰਿਹਾ, ਸਿੱਖਾਂ ਵੱਲੋਂ ਵੀ ਲਿਖਾਰੀ ਬੋਲ ਰਿਹਾ, ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵੀ ਇਹ ਲਿਖਾਰੀ ਬਣਾ ਕੇ ਬੋਲ ਰਿਹਾ ਕਿ ਗੁਰੂ ਸਾਹਿਬ ਨੇ ਇੰਝ ਕਿਹਾ। ਹੁਣ ਉਹਨਾਂ ਦਾ ਜਿਹੜਾ ਜਥੇਦਾਰ ਸੀ, ਉਹ ਸੀ ਦਾਨ ਸਿੰਘ। ਦਾਨ ਸਿੰਘ ਜਥੇਦਾਰ ਉਹ ਕਹਿਣ ਲੱਗਾ ਕਿ ਗੁਰੂ ਜੀ ਭਈ ਇਹ ਤਾਂ ਬਰਾੜ ਇਵੇਂ ਹੀ ਹੈਗੇ ਨੇ, ਸਾਨੂੰ ਮਾफ़ ਕਰ ਦਿਓ। ਗੁਰੂ ਸਾਹਿਬ ਕਹਿੰਦੇ ਦਾਨ ਸਿਆਂ ਤੂੰ ਵੀ ਆਪਣਾ ਹਿਸਾਬ ਕਿਤਾਬ ਕਰ ਲੈ। ਦਾਨ ਸਿੰਘ ਬਰਾੜਾਂ ਦਾ ਜਥੇਦਾਰ ਹੈ, ਔਰ ਉਸ ਜਥੇਦਾਰ ਨੂੰ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ, ਦਾਨ ਸਿਆਂ ਤੂੰ ਵੀ ਆਪਣਾ ਹਿਸਾਬ ਕਿਤਾਬ ਕਰ ਲੈ। ਦਾਨ ਸਿੰਘ ਕਹਿਣ ਲੱਗਾ, ਗੁਰੂ ਜੀ ਮੈਨੂੰ ਸ਼ਰਮਿੰਦਾ ਨਾ ਕਰੋ, ਮੈਨੂੰ ਆਪਣਾ ਸਿੱਖੀ ਦਾਨ ਬਖਸ਼ੋ। ਮੈਨੂੰ ਤੁਹਾਡੀ ਸਿੱਖੀ ਦੀ ਚਾਹਤ ਹੈ, ਸਿੱਖੀ ਦੀ ਲੋਚਾ ਹੈ। ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਕਿ ਭਾਈ ਜੇ ਸਿੱਖੀ ਦੀ ਲੋਚਾ ਹੈ, ਤੈਨੂੰ ਅੰਮ੍ਰਿਤ ਪਾਨ ਕਰਨਾ ਪੈਣਾ। ਦਾਨ ਸਿੰਘ ਮੰਨ ਗਿਆ ਅੰਮ੍ਰਿਤ ਪਾਨ ਕਰਨ ਨੂੰ, ਪਰ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕਿਹਾ, ਤੈਨੂੰ ਇਹ ਹੁੱਕਾ ਛੱਡਣਾ ਪੈਣਾ, ਜਗਤ ਝੂਠ ਹੁੱਕਾ। ਹੁਣ ਆਹ ਜਿਹੜੀ ਗੱਲ ਹੈ, ਤੁਹਾਨੂੰ ਇਹ ਮੰਨਣ ਨੂੰ ਲੱਗਦੀ ਹੈ ਕਿ ਗੁਰੂ ਸਾਹਿਬ ਨੇ ਆਪਣੀ ਫੌਜ ਬਣਾਈ ਹੋਵੇ, ਉਹ ਫੌਜ ਦਾ ਜਥੇਦਾਰ ਹੋਵੇ ਦਾਨ ਸਿੰਘ, ਔਰ ਉਹ ਹੁੱਕਾ ਪੀਂਦਾ ਹੋਵੇ। ਆ ਦੇਖੋ ਕਿਵੇਂ ਜ਼ਹਿਰ ਕਿਵੇਂ ਪਲਾਂਟ ਕਰ ਰਹੇ ਨੇ ਸਾਡੇ ਵਿੱਚ, ਕਿ ਸਾਡੇ ਗੁਰੂ ਸਾਹਿਬ ਕਿਹੋ ਜਿਹੇ ਸਨ,
उसकी फौज किहो जी सी, उस फौज का अनुशासन किहो जिहा सी। फौज का जरनैल दान सिंह हुक्का पींदा सी। अगों दान सिंह कहंदा है कि गुरु जी जे मैं हुक्का नहीं पींदा मेरे पेट विच हवा भर जाती, पेट फुल जाता। गुरु साहब ने कहा दान सिंघा अगे तो तेरा पेट नहीं फुलेगा। दान सिंह मन गया फिर हुक्का नहीं पीवांगा। दूजी गल गुरु साहब ने कहा दान सिंघा तैनूं केस रखने पैने आ। मतलब हुण तक जिहड़े गुरु गोबिंद सिंह दी फौज का जरनैल सी दान सिंह जथेदार से वो केसाधारी भी नहीं सी, वो हुक्का भी पींदा सी ते उसदे केस भी नहीं सन। आ सिक्खी है। इन्हां सिखां ने जंगां लड़ियां इस इतिहासकार के अनुसार। दान सिंह कहन लगा गुरु जी इहदी की लोड़ है, मैनू भोडा सिख समझो। भोडा मोना, मैनू मोना सिख समझो। गुरु साहब ने अगों जवाब दिता दान सिंघा वैसे तो मेरा कोई सिख नरक नूं जांदा नहीं, पर जे कोई किसी भैड़े काम करके चले जावे तो मैं उसनूं केसां तो फड़ के बाहर कढ लैना। मतलब केस इसलिए सिख ने रखने हन कि जेकर सिख कोई गलत काम कर बैठे गुरु साहब उसनूं केसां तो फड़ के नरक चों बाहर खिंचणगे। गुरु गोबिंद सिंह जी की ड्यूटी कित्थे लगी है? हर रोज़ 500 700 1000 2000 सिखां की मौत तो हुंदी होएगी। मतलब गुरु गोबिंद सिंह जी की ड्यूटी उत्थे ही लगी है भी कोई किते नरकां 'च तां नहीं गया, उसनूं फड़ के बाहर खिंचना। नरक स्वर्ग साडे विच वाड़ दिते, पक्के प्लांट कर दिते और साडे सिख अज इनू मनदे भी आ सिक्खी है साडी। गुरबाणी सारी कहती है भी असीं नरक स्वर्ग तो आज़ाद हैं, पर इतिहासकार सानू नरक स्वर्ग विच वाड़ के चंगी तरह गुरु साहब नूं भी इनवॉल्व कर लिया। केसां तो फड़ के तुहानू नरक चों बाहर कड्ढण लई केस रखाउने आ। अगों दान सिंह भी बहुत ही पहुंचिया होया सी। कहते जी वो केस तो मुन्ने से दाढ़ी बड़ी लम्मी सी। लो जी आ किहो जिहे बंदे होणगे भी दाढ़ी बहुत लम्मी आ, दाढ़ी पूरी रखी है, दाढ़ी की कोई बेअदबी नहीं करता, हुक्का पींदा और केस कतल ने। दान सिंह कहन लगा गुरु जी तुसी मैनू दाढ़ी तो फड़ के खिच लो। मतलब की आ इहो जिहियां ऊल जलूल कहानियां लिख के साडा इतिहास बनाया गया है। जे भई गुरसिखो तुसी इहो ही कोई समझदे हो कि साडे गुरु गोबिंद सिंह जी अजिहे ही सन, अपनी फौज दे जरनैल जथेदार एक घोने मोने बंदे नूं ते एक हुक्का पीण वाले नूं बना के रखदे सन, फिर बई तुहाडी मर्जी, मैं तां ऐसे धर्म दा हिस्सा नहीं, ना मैं ऐसे इतिहास नूं मन्ना, ना मैं ऐसे धर्म नूं मन्ना। पर मैनूं पता मेरे गुरु गोबिंद सिंह जी ऐसे नहीं सन। असीं हुण भी फौज विच भर्ती हुंदे आ, बड़े कानून ने, बड़े डिसिपलिन है, सारियां शर्तां पूरीआं होण तो बाद च फौज च भर्ती कीता जांदा। सो दान सिंह कहण लगा गुरु जी मैनूं दाढ़ी तो फड़ के खिच लो। अगों गुरु जी कहण लगे ये जिहड़े मालवे दे सिख हन बड़े भोले हन। आ है साडा इतिहास। इस वीडियो नूं असीं इत्थे समाप्त करदे हां, क्योंकि ये तुहानूं हाले शुरुआत कीती है। जदों जदों ये अगे पढ़ांगे तुहानूं पता लगेगा कि इहदे विच जिहड़ा कवि संतोख सिंह दे ग्रंथ विच जहरीला मादा सी, पदारथ सी, उस तों वध है, पर और इदां रिफाइंड किया होया कि तुहानूं पता नहीं लगना भी इहदे विच कोई गलती भी है या नहीं है, क्योंकि ये ग्रंथ बाद च लिखिया गया। बहुत सारा इहदे विच सुधार हो गया करके उन्हें लिखिया, इस करके गल दा पता नहीं लगता। सो अज दी विचार इनू ही कि असीं समझ लिया कि अमृत संचार वाले भी एक ग्रंथ विच ही किन्ने जिहड़े नुकते
ਅਲੱਗ-ਅਲੱਗ ਵਿਚਾਰਧਾਰਾਵਾਂ ਦਿੱਤੀਆਂ ਹੋਈਆਂ ਹਨ। ਨਿਰਾ ਝੂਠ, ਨਿਰਾ ਕੁਫਰ। ਸੋ ਆਓ ਫਤਿਹ ਬੁਲਾਈਏ। ਫਤਿਹ ਬੁਲਾਉਣ ਤੋਂ ਪਹਿਲਾਂ ਜੋ ਵਾਰ-ਵਾਰ ਮੈਂ ਬੇਨਤੀ ਕਰਿਆ ਕਰਦਾ ਵੀ ਤੁਸੀਂ, ਜੇ ਤੁਹਾਨੂੰ ਇਹ ਵਿਚਾਰ ਚੰਗੀ ਲੱਗਦੀ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਮੇਰੀ ਵੀਡੀਓ ਨੂੰ ਸਾਂਝਾ ਕਰੋ ਅਤੇ ਪਸੰਦ ਵੀ ਕਰੋ, ਘੰਟੀ ਵੀ ਦਬਾ ਦਿਓ ਤਾਂ ਕਿ ਜਦੋਂ ਮੈਂ ਵੀਡੀਓ ਬਣਾਵਾਂ ਤੁਹਾਡੇ ਕੋਲ ਪਹੁੰਚ ਜਾਵੇ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।